ਦਰਸ਼ਕਾਂ ਦਾ ਇੱਕ ਵਾਰ ਫਿਰ ਹਾਰਦਿਕ ਸਵਾਗਤ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ, ਮੇਰੇ ਨਾਲ ਨੇ ਅਰਜੁਨ ਸ਼ਰਮਾ ਸੀਨੀਅਰ ਪੱਤਰਕਾਰ। ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ਦੀ, ਜਿਹਦੇ ਵਿੱਚ ਕੁੰਡੀਆਂ ਦੇ ਸਿੰਘ ਜ਼ਿਆਦਾ ਫਸਦੇ ਨਜ਼ਰ ਆ ਰਹੇ ਆ। ਇੱਕ ਪਾਸੇ ਕੁੰਵਰ ਵਿਜੇ ਪ੍ਰਤਾਪ ਜੀ IG ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਚੁੱਕੇ ਆ, ਤੇ ਨਵਜੋਤ ਸਿੰਘ ਸਿੱਧੂ ਹੁਣੀ ਆਪਣੇ ਤੇਵਰ ਤਿੱਖੇ ਕਰ ਲਿਆ। ਉਹਨਾਂ ਨੇ ਸਿਸਟਮ ਉੱਤੇ ਜਿਹੜੇ ਆ ਸਵਾਲ ਚੁੱਕਣੇ ਸ਼ੁਰੂ ਕਰਤੇ ਆ। ਸਿਸਟਮ ਦੀਆਂ ਅੰਦਰਲੀਆਂ ਗੱਲਾਂ ਜਿਹੜੀਆਂ ਹੁਣ ਤੱਕ ਜਿਹੜੀਆਂ ਅੰਦਰ ਰਹਿਣੀਆਂ ਜਾ ਰਹੀਆਂ ਸੀ, ਉਹਨਾਂ ਗੱਲਾਂ ਨੂੰ ਉਜਾਗਰ ਕਰ ਦਿੱਤਾ। ਤੋ ਆਪਾਂ ਅਰਜੁਨ ਜੀ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਇਹਨੂੰ ਕਿਵੇਂ ਦੇਖਦੇ ਹੋ, ਇਹਨਾਂ ਸਮੀਕਰਨਾਂ ਨੂੰ, ਇਹਨਾਂ ਬਿਆਨਾਂ ਨੂੰ, ਇਹਦੇ ਵਿੱਚੋਂ ਕੀ ਲੱਭਦਾ? ਆਪਾਂ ਪਹਿਲਾਂ ਗੱਲ ਕਰਾਂਗੇ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਜੋ IG ਦਾ ਅਹੁਦਾ ਛੱਡਣ ਤੋਂ ਬਾਅਦ ਇੱਕ ਸਿਆਸੀ ਫੈਸਲਾ ਲੈਂਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਜੀ। ਉਸ ਕਦਮ ਦੀ ਬਹੁਤ ਦੇਰ ਤੋਂ ਇੰਤਜ਼ਾਰ ਹੀ ਸਮਝੋ ਹੋ ਰਹੀ ਸੀ। ਸਿਰਫ ਇਹ ਤੈਅ ਨਹੀਂ ਸੀ ਲੋਕੀ ਕਰ ਪਾ ਰਹੇ, ਵਿਚਾਰ ਨਹੀਂ ਸੀ ਕਰ ਪਾ ਰਹੇ, ਚਰਚਾ ਸੀ ਕਿ ਕੁੰਵਰ ਸਾਹਿਬ ਕਿਹੜੀ ਪਾਰਟੀ ਜੁਆਇਨ ਕਰਨ ਜੀ। ਕਿਉਂਕਿ ਜਿਸ ਕਿਸਮ ਨਾਲ ਉਹਨਾਂ ਨੇ ਉਸ ਵਿਵਸਥਾ ਤੋਂ ਮਾਰ ਖਾਧੀ ਔਰ ਇੰਨੀ ਇਮਾਨਦਾਰੀ ਨਾਲ ਕੰਮ ਕਰਨ ਦੇ ਬਾਵਜੂਦ ਉਹਨਾਂ ਨੇ ਇਹ ਦੇਖ ਲਿਆ ਕਿ ਜਿਹੜੀ ਇਹ ਵਿਵਸਥਾ ਹੈ, ਇਹ ਅਗਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੇ ਮਾਮਲੇ 'ਤੇ ਵੀ ਜੇ ਇਹ ਆਪਣੀਆਂ ਹੀ ਔਰ ਆਪਣੇ ਹੀ ਸਮੀਕਰਨਾਂ ਦੇ ਹਿਸਾਬ ਨਾਲ ਹੀ ਸਾਰਾ ਕੁਝ ਕਰਦੇ ਆ, ਤਾਂ ਫਿਰ ਇਹਨਾਂ ਤੋਂ ਕੋਈ ਹੋਰ ਆਸ ਨਹੀਂ ਰੱਖੀ ਜਾ ਸਕਦੀ। ਇਸ ਗੱਲ ਤੋਂ ਗਹਿਰੀ ਨਿਰਾਸ਼ਾ ਦਾ ਮੈਸੇਜ ਲੈ ਕੇ ਉਹਨਾਂ ਨੇ ਪੁਲਿਸ ਦੀ ਮਾਣਮੱਤੀ ਨੌਕਰੀ ਜਿਹੜੀ ਸੀ ਉਹ ਛੱਡ ਦਿੱਤੀ। 9 ਸਾਲ ਹਾਲੇ ਉਹ ਹੋਰ ਸੇਵਾ ਦੇ ਸਕਦੇ ਸੀ ਪੁਲਿਸ ਵਿੱਚ ਔਰ ਉਹ DGP ਤੱਕ ਵੀ ਪਹੁੰਚ ਸਕਦੇ ਸੀ ਜੀ। ਲੇਕਿਨ ਅੱਜ ਜਿਵੇਂ ਕਿ ਕੱਲ ਕੇਜਰੀਵਾਲ ਨੇ ਉਹਨਾਂ ਨੂੰ ਜੁਆਇਨ ਕਰਨ ਦੇ ਵੇਲੇ ਕਿਹਾ ਕਿ ਇੱਕ ਪਿਓਨ ਦੀ ਨੌਕਰੀ ਲੈਣ ਵਾਸਤੇ ਕਿੰਨੀਆਂ ਸਿਫਾਰਿਸ਼ਾਂ, ਕਿੰਨੀ ਦੌੜ ਭੱਜ ਔਰ ਕਈ ਵਾਰੀ ਕਿੰਨੇ ਪੈਸੇ ਖਰਚਣੇ ਪੈਂਦੇ ਆ। ਬਿਲਕੁਲ। ਪਰ ਇੱਕ IG ਦੀ ਪੋਸਟ ਛੱਡ ਦੇਣਾ ਔਰ ਇੱਕ ਮੁੱਦੇ ਨੂੰ ਲੈ ਕੇ, ਇੱਕ ਇਸ਼ੂ ਨੂੰ ਲੈ ਕੇ ਇਸ ਕਿਸਮ ਦਾ ਵੱਡਾ ਫੈਸਲਾ ਲੈਣਾ ਜਿਹੜਾ ਹੈ, ਉਹ ਇਹ ਦੱਸਦਾ ਹੈ ਕਿ ਵਿਵਸਥਾ ਦੇ ਵਿੱਚ ਇੰਨੀਆਂ ਖਾਮੀਆਂ ਔਰ ਇੰਨੀਆਂ ਘਿਰਣਾ ਨਾਲ ਭਰੀਆਂ ਹੋਈਆਂ ਕਹਾਣੀਆਂ ਹੈ, ਜਿਨ੍ਹਾਂ ਕਰਕੇ ਆਜ਼ਾਦ ਔਰ ਉੱਚੀ ਸੋਚ ਦੇ ਜਿਹੜੇ ਲੋਕ ਹੈ ਉਹ ਸਰਕਾਰ ਦੇ ਨਾਲ ਕੰਮ ਕਰਦੇ ਵੇਲੇ ਕਿੰਨੇ ਅਸਮਰਥ ਔਰ ਕਿੰਨੇ ਅਸਹਾਏ ਹੈ ਜੀ। ਖੈਰ, ਉਹਨਾਂ ਦੀ ਇਹ ਯਾਤਰਾ ਸ਼ੁਰੂ ਹੋਈ ਹੈ। ਅਸੀਂ ਉਹਨਾਂ ਨੂੰ ਸ਼ੁਭਕਾਮਨਾ ਦਿੰਦੇ ਹਾਂ ਔਰ ਪ੍ਰਦੇਸ਼ ਦੀ ਜਨਤਾ ਵੀ ਉਹਨਾਂ ਵੱਲ ਨਜ਼ਰਾਂ ਲਗਾ ਕੇ ਬੈਠੀ ਹੈ। ਅੱਛਾ, ਇੱਕ ਗੱਲ ਇੱਥੇ ਯਾਦ ਆ ਰਹੀ ਹੈ, ਜਿਹੜੀ ਗੱਲ ਕੁੰਵਰ ਵਿਜੇ ਜੀ ਨੇ ਜੁਆਇਨਿੰਗ ਤੋਂ ਬਾਅਦ ਆਖੀ ਹੈ, ਉਹ ਕਹਿੰਦੇ ਕਿ ਮੈਂ ਸਿਆਸਤ ਕਰਨ ਵਾਸਤੇ ਨਹੀਂ ਆਇਆ, ਮੈਂ ਸਿਆਸਤ ਨੂੰ ਬਦਲਣ ਵਾਸਤੇ ਆਇਆ। ਇਹਦੇ ਕੀ ਅਰਥ ਸਾਡੇ ਦਰਸ਼ਕ ਸਮਝਣ, ਕੀ ਕਹਿਣਾ ਚਾਹ ਰਹੇ ਆ? ਇੱਕ IPS ਦੀ ਜਿਹੜੀ ਜੌਬ ਹੈ ਉਹ ਕੋਈ ਸਧਾਰਨ ਨੌਕਰੀ ਨਹੀਂ ਹੁੰਦੀ ਜੀ। ਔਰ IPS ਦੀ ਜੌਬ ਆਪਣੀ ਜੁਆਇਨਿੰਗ ਤੋਂ ਲੈ ਕੇ ਆਪਣੇ ਆਖਰੀ ਪੜਾਅ ਤੱਕ ਜਾਂਦੇ ਹਰ ਵਾਲੇ ਸਿਆਸੀ ਸਮੀਕਰਨਾਂ ਨੂੰ ਸਮਝਣ ਲਈ, ਸਿਆਸੀ ਲੋਕਾਂ ਦੇ ਨਾਲ ਡੀਲ ਕਰਨ 'ਚ ਜੀ, ਸਿਆਸੀ ਲੋਕਾਂ ਦੀ ਕੀ ਮਨਸ਼ਾ ਹੈ, ਆਉਣ ਵਾਲੇ ਸਿਆਸੀ ਹਾਲਾਤ ਕੀ ਨੇ ਜੀ, ਜਾਣ ਵਾਲੇ ਸਿਆਸੀ ਹਾਲਾਤ ਕੀ ਨੇ, ਇਹ ਜਿਹੜੀ ਜੋੜ ਤੋੜ ਨੂੰ ਸਮਝਣ ਦੇ ਵਿੱਚ ਲੱਗ ਜਾਂਦੀ ਹੈ ਜੀ। ਇਸ ਕਰਕੇ ਜਿਹੜਾ IPS ਅਫਸਰ ਹੈ ਖਾਸ ਤੌਰ 'ਤੇ ਉਹ ਜਿਹੜਾ ਵਿਵਸਥਾ ਦਾ ਉਹ ਚਿਹਰਾ ਜਿਹੜਾ ਬਹੁਤ ਨਜ਼ਦੀਕ ਤੋਂ ਦੇਖ ਲੈਂਦਾ ਜੀ, ਜਿਹੜਾ ਕਿ ਆਮ ਜਨਤਾ ਉਹਨੂੰ ਇੰਨੀ ਨਜ਼ਦੀਕ ਤੋਂ ਕਦੀ ਦੇਖ ਹੀ ਨਹੀਂ ਸਕਦੀ। ਬਿਲਕੁਲ। ਕਿਉਂਕਿ ਇੱਕ ਫਿਲਮ ਅਸੀਂ ਚੱਲਦੀ ਹੋਈ ਦੇਖਦੇ ਹਾਂ ਔਰ ਇੱਕ ਫਿਲਮ ਦੀ ਜਦੋਂ ਸ਼ੂਟਿੰਗ ਹੁੰਦੀ ਹੈ ਉਹ ਦੇਖਦੇ, ਉਦੋਂ ਜਦੋਂ ਕੋਈ ਕੋਲ ਬੈਠਾ ਹੈ ਔਰ ਉਹ ਵੇਖਦਾ ਵਾ ਕਿ ਜਿਹੜਾ ਸੀਨ ਫਿਲਮ ਦੇ ਸੀਨ 'ਤੇ ਸਕਰੀਨ 'ਤੇ ਆ ਰਿਹਾ, ਉਹ ਸੀਨ ਨੂੰ ਕ੍ਰੀਏਟ ਕਰਨ ਵਾਸਤੇ ਕੀ ਕੀਤਾ ਗਿਆ ਸੀ। ਇਸ ਕਰਕੇ ਉਹ ਜਿਹੜਾ ਉਸ ਵੇਲੇ ਦਾ ਦਰਸ਼ਕ ਹੈ ਨਾ, ਉਹ ਜ਼ਿਆਦਾ ਨਜ਼ਦੀਕ ਤੋਂ ਜਾਣਦਾ ਹੁੰਦਾ ਹੈ ਕਿ ਇਸ ਫਿਲਮ ਦੀ ਅਸਲ 'ਚ ਹਕੀਕਤ ਕੀ ਹੈ। ਇਹੀ ਕਾਰਨ ਹੈ ਕਿ ਉਹਨਾਂ ਨੇ ਜੋ ਕਿਹਾ, ਉਹਨਾਂ ਨੇ ਆਪਣੀ ਪੀੜਾ ਦਾ ਇਜ਼ਹਾਰ ਕੀਤਾ ਇਹ ਸ਼ਬਦ ਕਹਿ ਕੇ ਕਿ ਉਹ ਸਿਆਸਤ ਨੂੰ ਬਦਲਣ ਵਾਸਤੇ ਆਏ ਹਨ। ਦੇਖੋ, 2 ਰੀਜ਼ਨ ਇਹਦੇ। ਪਹਿਲਾ ਤਾਂ ਇਹ ਕਿ ਆਮ ਆਦਮੀ ਪਾਰਟੀ ਦਾ ਵੀ ਇਹੀ ਮਕਸਦ ਸੀ ਜਦੋਂ ਬਣੀ ਸੀ, ਔਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਵਿਵਸਥਾ ਨੂੰ ਲੈ ਕੇ ਜਿਸ ਕਿਸਮ ਦੇ ਆਮ ਆਦਮੀ ਪਾਰਟੀ ਨੇ ਫੈਸਲੇ ਕੀਤੇ ਹੈ ਉਹ ਵਿਅਕਤੀ ਪਰਿਵਰਤਨ ਦੀ ਥਾਂ ਤੇ ਵਿਵਸਥਾ ਪਰਿਵਰਤਨ ਵਾਲੇ ਹੀ ਸਾਬਤ ਹੋਏ ਹੈ। ਔਰ ਉਹਨਾਂ ਦਾ ਇਹ ਨਤੀਜਾ ਨਿਕਲਿਆ ਕਿ 70 ਸੀਟਾਂ ਵਾਲੀ ਵਿਧਾਨ ਸਭਾ ਚੋਂ ਪਿਛਲੀ ਵਾਰੀ ਜੇ 67 ਜਿੱਤੇ ਸੀ ਤੇ ਐਤਕੀ ਅਗਲੇ 62 ਜਿੱਤੇ। ਐਡੀ ਵੱਡੀ ਵਿਕਟਰੀ ਜਿਹੜੀ ਹੈ ਉਹ ਆਪਣੇ ਆਪ 'ਚ ਬਹੁਤ ਜ਼ਿਆਦਾ ਕਲੈਰਿਟੀ ਲੈ ਕੇ ਆਈ ਹੈ ਕਿ ਜਿਹੜੀ ਆਮ ਜਨਤਾ ਹੈ ਉਹਨੂੰ
ਇਹ ਮੈਸੇਜ ਹੈ ਕਿ ਸਰਕਾਰ ਜਿਹੜੀ ਸਾਡੀ ਠੀਕ ਕੰਮ ਕਰਦੀ ਪਈ ਹੈ। ਔਰ ਉਸੇ ਪਾਰਟੀ ਵਿੱਚ ਜੁਆਇਨ ਕਰਦੇ ਵੇਲੇ ਉਹਨਾਂ ਦੇ ਅੰਦਰ ਦੇ ਜਿਹੜੇ ਬਲਬਲੇ ਸੀ ਉਹ ਬਾਹਰ ਨਿਕਲੇ ਹੈ ਔਰ ਉਹਨਾਂ ਨੇ ਜਿਹੜਾ ਕਿਹਾ ਹੈ ਕਿ ਅਸੀਂ ਵਿਵਸਥਾ ਨੂੰ ਪਰਿਵਰਤਨ ਕਰਾਂਗੇ, ਰਾਜਨੀਤੀ ਨੂੰ ਬਦਲਣਾ ਹੈ। ਤਾਂ ਇਹੀ ਡਾਇਲੌਗ ਜਿਹੜਾ ਸੀ ਇਹ ਕਿਸੇ ਵੇਲੇ ਕੇਜਰੀਵਾਲ ਸੀ ਦਾ ਵੀ ਆਪਣਾ ਖੁਦ ਦਾ। ਅੱਛਾ, ਹੁਣ ਗੱਲ ਆ ਗਈ ਜੀ, ਸਾਡੇ ਦਰਸ਼ਕ ਇਹ ਜ਼ਰੂਰ ਜਾਣਨਾ ਚਾਹਣਗੇ ਕਿ ਸਿੱਧੂ ਸਾਹਿਬ ਦੇ ਵੀ ਤੇਵਰ ਕਾਫੀ ਬਦਲੇ ਹੋਏ ਆ। ਕਾਫੀ ਲੰਬਾ ਸਮਾਂ ਉਹ ਉਹਨਾਂ ਨੇ ਚੁੱਪ ਧਾਰੀ ਰੱਖੀ ਹੈ, ਜਿਵੇਂ ਕਿ ਉਹ ਕਿਸੇ ਗੰਭੀਰ ਮੰਥਨ 'ਚ ਹੁੰਦੇ ਨੇ, ਤੇ ਹੁਣ ਅਚਾਨਕ ਕੁੰਵਰ ਵਿਜੇ ਦਾ ਆਮ ਆਦਮੀ ਪਾਰਟੀ ਜਾਣਾ ਔਰ ਉਸ ਤੋਂ ਅਗਲੇ ਦਿਨ ਸਿੱਧੂ ਸਾਹਿਬ ਦਾ ਬਿਆਨ ਆ ਜਾਣਾ, ਉਹ ਵੀ ਵਿਵਸਥਾ ਦੇ ਉੱਤੇ ਗੱਲ ਕਰਦੇ ਨੇ, ਉਹ ਵੀ ਸਿਸਟਮ ਨੂੰ ਬਦਲਣ ਦੀ ਗੱਲ ਕਰਦੇ ਨੇ। ਇਹਨਾਂ ਨੂੰ ਕਿਵੇਂ ਦੇਖਦੇ ਹੋ? ਇਹ ਮੈਂ ਸਮਝਦਾ ਕਿ ਇੱਕ ਬੜਾ ਖੂਬਸੂਰਤ ਇਤਫਾਕ ਹੈ ਕਿ ਇੱਕ ਪਾਸੇ ਕੁੰਵਰ ਜੁਆਇਨ ਕਰ ਰਿਹਾ ਹੈ ਔਰ ਦੂਜੇ ਪਾਸੇ ਉਸੇ ਟਾਈਮ ਦੇ ਆਸ-ਪਾਸ ਸਿੱਧੂ ਦੀ ਇੰਟਰਵਿਊ ਦੀ ਵੀਡੀਓ ਜਿਹੜੀ ਹੈ ਉਹ ਫਲੈਸ਼ ਹੁੰਦੀ ਹੈ ਜੀ। ਔਰ ਉਸ ਵੀਡੀਓ ਦੇ ਵਿੱਚ ਆਮ ਲੋਕਾਂ ਦਾ ਬਹੁਤ ਦੇਖਣ ਵਾਲੇ ਦਾ ਅਲੱਗ-ਅਲੱਗ ਨਜ਼ਰੀਆ ਹੈ। ਕੋਈ ਕਹਿ ਰਿਹਾ ਕਿ ਦੇਖੋ ਜੀ ਕੈਪਟਨ ਨੂੰ ਬੜੀ ਬੁਰੀ ਤਰ੍ਹਾਂ ਠੋਕਿਆ, ਕੈਪਟਨ ਨੂੰ ਨੰਗਾ ਕਰਤਾ ਜੀ। ਕੋਈ ਕਹਿੰਦਾ ਕਿ ਕਾਂਗਰਸ ਨੂੰ ਬੜਾ ਠੋਕਿਆ। ਲੇਕਿਨ ਮੈਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਹਾਂ ਜੀ। ਕੱਲ ਜੋ ਸਿੱਧੂ ਨੇ ਕੀਤਾ ਹੈ ਉਹ ਇੱਕ ਐਸਾ ਕ੍ਰਾਂਤੀਕਾਰੀ ਫੈਸਲਾ ਹੈ ਬੋਲਣ ਦਾ, ਕਿਉਂਕਿ ਇਹ ਸਭ ਸੱਚ ਬੋਲਣ ਦਾ ਜਿਹੜਾ ਹੀਆਂ ਵਾ ਨਾ ਪੈਂਦਾ ਉਹ ਕਿਸੇ ਪੋਲੀਟੀਸ਼ੀਅਨ ਦਾ ਪੈਂਦਾ ਨਹੀਂ। ਇੰਨੀ ਹਿੰਮਤ ਕਿਸੇ ਪੋਲੀਟੀਸ਼ੀਅਨ ਦੀ ਨਹੀਂ ਹੈ ਕਿ ਉਹ ਆਪਣੀ ਵਿਵਸਥਾ ਦੇ ਪਰਦੇ ਹੀ ਨੰਗੇ ਕਰ ਦੇ। ਆਪਣੇ ਸਿਸਟਮ 'ਚੋਂ ਜਿੱਥੋਂ ਉਹ ਕਮਾਈ ਕਰ ਰਿਹਾ ਵਾ ਉਹਦੇ ਪੁਤਲੇ ਫੋਲ ਕੇ ਸਾਰਾ ਕੁਝ ਪਬਲਿਕ ਵਿੱਚ ਲੈ ਕੇ ਰੱਖ ਦੇਵੇ ਵੀ ਆ ਲਓ ਜੀ, ਐਦਾਂ ਹੁੰਦਾ। ਇਹ ਜਿਹੜਾ ਇੰਕਸ਼ਾਫ ਹੈ, ਇਹ ਜਿਹੜਾ ਐਕਸਪੋਜ਼ਰ ਹੈ, ਇਹ ਉਹਨਾਂ ਨੇ ਪੰਜਾਬ ਦੇ ਸਿਆਸੀ ਸਿਸਟਮ 'ਤੇ ਕੀਤਾ ਹੈ, ਰਾਜ ਸੱਤਾ ਦੇ ਸਿਸਟਮ 'ਤੇ ਕੀਤਾ ਹੈ। ਔਰ ਰਾਜ ਕਰਨ ਵਾਲਿਆਂ ਦਾ ਕਿਰਦਾਰ ਪਬਲਿਕ ਦੇ ਪ੍ਰਤੀ ਕੈਸਾ ਹੈ, ਸਟੇਟ ਦੇ ਪ੍ਰਤੀ ਕੈਸਾ ਹੈ, ਬਿਆਨ ਦੇਣ ਵਾਲੇ ਕੈਸਾ ਹੈ ਔਰ ਹਕੀਕਤ 'ਚ ਕੈਸਾ ਹੈ, ਇਹਦਾ ਇੱਕ ਜਿਹੜਾ ਪਹਿਲੂ ਸੀ ਉਹਨੂੰ ਤਾਰ ਕਰਕੇ ਨੰਗਾ ਕਰ। ਇਹ ਮਾਫੀਆ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ, ਇਹ ਗੱਲ ਕੀ ਕਰ ਰਹੇ ਨੇ? ਰੇਤ ਮਾਫੀਆ ਦੀ ਗੱਲ ਵੀ ਹੁਣ ਉੱਭਰੀ ਹੈ ਤੇ ਹੋਰ ਵੀ ਚੀਜ਼ਾਂ ਆਈਆਂ ਨੇ ਸਾਹਮਣੇ। ਸੰਧੂ ਸਾਹਿਬ, ਗੱਲ ਇਹ ਹੈ ਕਿ ਗੱਲ ਤਰਕਾਂ ਨਾਲ ਹੋਵੇ, ਤੱਥਾਂ ਨਾਲ ਹੋਵੇ ਨਾ, ਤੇ ਉਹ ਸਮਝ ਆਉਂਦੀ ਹੈ। ਉਹਨਾਂ ਨੇ ਕੱਲ ਕਿਹਾ, ਮੈਂ ਜੋ ਇੰਟਰਵਿਊ ਸੁਣਿਆ, ਕਿ ਸਾਊਥ ਦੇ ਇੱਕ ਸਟੇਟ ਦੇ ਨਾਲ 2002 ਦੇ ਵਿੱਚ ਸਾਡੀ ਜਿਹੜੀ ਐਕਸਾਈਜ਼ ਪਾਲਿਸੀ ਸੀ ਉਹ ਸਾਡੇ ਤੋਂ 500 ਕਰੋੜ ਰੁਪਏ ਘੱਟ ਸਾਲ ਦੀ ਉਹਨਾਂ ਦੀ ਆਮਦਨ ਸੀ। ਅੱਛਾ, ਸਾਡੇ 2000 ਕਰੋੜ ਦੀ, ਸਾਡੇ 2500 ਕਰੋੜ ਦੀ ਸੀ ਤੇ ਉਹਨਾਂ ਦੇ 2000 ਕਰੋੜ ਦੀ ਸੀ। ਔਰ ਅੱਜ ਦੀ ਤਰੀਕ ਉਹੀ ਪਾਲਿਸੀ ਨੂੰ ਉਹ ਇੰਪਰੂਵ ਕਰਦੇ ਕਰਦੇ ਇਸ ਹੱਦ ਤੱਕ ਲੈ ਗਏ ਕਿ ਉਹਨਾਂ ਦੀ 30,000 ਕਰੋੜ ਪ੍ਰੋਫਿਟ ਹੋ ਗਿਆ ਉਸ ਚੀਜ਼ ਤੋਂ, ਔਰ ਜਦ ਕਿ ਪੰਜਾਬ ਸਿਰਫ 3700 ਕਰੋੜ ਤੱਕ ਪਹੁੰਚਿਆ ਜੀ 20 ਸਾਲਾਂ ਦੇ ਵਿੱਚ। ਸਿਰਫ ਲੈ ਦੇ ਕੇ 10-12 ਕਰੋੜ ਰੁਪਏ ਦਾ ਅਪ ਕੀਤਾ ਜੀ, 1200 ਕਰੋੜ ਦਾ, ਔਰ ਉਹ 3000 ਕਰੋੜ ਤੱਕ ਲੈ ਗਏ। ਇਹ ਇੱਕ ਆਪਣੇ ਆਪ ਸੋਚਣ ਵਾਲੀ, ਸਮਝਣ ਵਾਲੀ ਔਰ ਵਿਚਾਰ ਕਰਨ ਵਾਲੀ ਚੀਜ਼ ਹੈ। ਠੀਕ ਹੈ ਕਿ ਅਗਰ ਇੰਨੀ ਆਮਦਨ ਸ਼ਰਾਬ ਤੋਂ ਹੁੰਦੀ ਹੈ ਤਾਂ ਸਰਕਾਰਾਂ ਸਾਡੀਆਂ ਕਿਉਂ ਬਾਹਰਲੇ ਲੋਕਾਂ ਨੂੰ ਠੇਕੇ ਦਿੰਦੀਆਂ? ਜੇ ਉਹਨਾਂ ਨੇ ਕਿਹਾ ਕਿ ਮੈਂ ਪਹਿਲੀ ਕੈਬਨਿਟ ਦੇ ਵਿੱਚ ਇੱਕ ਪ੍ਰਪੋਜ਼ਲ ਦਿੱਤੀ ਸੀ ਕਿ ਤੁਸੀਂ ਕੁਛ ਨਾ ਕਰੋ, ਤੁਸੀਂ ਵਾਅਦਾ ਕਰਕੇ ਆਏ ਹੋ ਕਿ ਘਰ ਘਰ ਨੌਕਰੀ ਦੇਣੀ ਹੈ, ਹੋ ਜਾਏਗਾ ਪੂਰਾ। ਤੁਸੀਂ ਸ਼ਰਾਬ ਦੇ ਠੇਕੇਦਾਰਾਂ ਨੂੰ ਠੇਕੇ ਦਾ ਕੰਟਰੈਕਟ ਨਹੀਂ ਦੇਣਾ। ਅਗਲਾ 31 ਮਾਰਚ ਆਉਣ ਵਾਲੀ ਹੈ, ਜਿੰਨਾ ਹੋ ਗਿਆ ਪਿਛਲਾ ਹੋ ਗਿਆ। 1 ਅਪ੍ਰੈਲ ਤੋਂ ਸਰਕਾਰ ਆਪਣੇ ਠੇਕੇ ਖੋਲੇਗੀ ਜੀ। ਇੱਕ ਤਾਂ ਚੰਡੀਗੜ੍ਹ ਜਾਂ ਦੂਜੇ ਸਟੇਟਾਂ ਦੇ ਬਰਾਬਰ ਦੇ ਰੇਟ ਤੇ ਸ਼ਰਾਬ ਵਿਕੇਗੀ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇਹ ਵੀ ਜਿਹੜੀ ਜ਼ਹਿਰ ਪੀਂਦੇ ਆ ਉਹ ਵੀ ਇੰਨੀ ਮਹਿੰਗੀ ਜਿਹੜੀ ਮਿਲਦੀ ਹੈ, ਉਹ ਵੀ ਉਹਦਾ ਵੀ ਕੋਈ ਨਾ ਕੋਈ ਬੰਦੋਬਸਤ ਹੋ ਸਕੇ ਜੀ। ਪਲੱਸ 40,000 ਲੋਕਾਂ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ। ਔਰ ਸਰਕਾਰ ਜੇ ਆਪ ਡਾਇਰੈਕਟ ਐਕਸਾਈਜ਼ ਇਕੱਠਾ ਕਰਦੀ ਹੈ ਤਾਂ 30 ਤੋਂ 35,000 ਕਰੋੜ ਰੁਪਏ ਸਾਲ ਦੀ ਸਿਰਫ ਔਰ ਸਿਰਫ ਸ਼ਰਾਬ ਦੇ ਠੇਕਿਆਂ ਤੋਂ ਹੀ ਸਰਕਾਰ ਨੂੰ ਆਮਦਨ ਹੋ ਸਕਦੀ ਹੈ। ਕਹਿੰਦੇ ਮੈਂ ਜਦੋਂ ਇਹ ਪ੍ਰੋਜੈਕਟ ਦਿੱਤਾ ਤੇ ਸਿਸਟਮ ਨੇ, ਉਹਨਾਂ ਨੇ ਇਹ ਨਹੀਂ ਕਿਹਾ ਕਿ ਕੈਪਟਨ ਨੇ ਕਿਹਾ ਨੋ, ਉਹ ਕਹਿੰਦੇ ਸਿਸਟਮ ਨੇ ਕਿਹਾ ਨੋ। ਹੁਣ ਉਹ 30 ਜਾਂ 35,000 ਕਰੋੜ ਦੀ ਅਗਰ ਆਮਦਨ ਹੁੰਦੀ ਹੈ, 40,000 ਲੋਕਾਂ ਨੂੰ ਨੌਕਰੀ ਮਿਲਦੀ ਹੈ, ਤਾਂ ਉਹ ਜਿਹੜਾ 3700 ਕਰੋੜ ਤੋਂ 30,000 ਕਰੋੜ ਤੱਕ ਦਾ ਰੈਵਨਿਊ ਗਿਆ, ਉਹ ਜ਼ਾਹਿਰ ਹੈ ਕਿ ਸਰਕਾਰ ਦੇ ਖਜ਼ਾਨੇ ਨੂੰ ਬਹੁਤ ਰਿਲੀਫ ਕਰੇਗਾ ਜੀ। ਔਰ ਪਬਲਿਕ ਦੇ ਵਿੱਚ ਜਿਹੜੇ ਪਬਲਿਕ ਦੇ ਕੰਮ ਹੋਣ ਵਾਲੇ ਉਹ ਜਲਦੀ ਹੋਣਗੇ। ਪਰ ਸਵਾਲ ਇਹ ਹੈ ਕਿ ਜਿਹੜੇ ਪੋਲੀਟੀਸ਼ੀਅਨ ਇਹ 'ਚ ਠੇਕੇਦਾਰ ਹੈ ਜਿਹਨਾਂ ਨੂੰ ਠੇਕੇ ਸ਼ਰਾਬ ਦੇ ਦਿੱਤੇ ਜਾਂਦੇ ਆ, ਜਿਹੜਾ 30,000 ਕਰੋੜ ਤੋਂ ਸਿਰਫ 3700 ਕਰੋੜ ਰੁਪਏ ਸਰਕਾਰ ਦੇ ਪੱਲੇ ਪਾ ਕੇ ਜਿਹੜਾ ਬਾਕੀ ਪੈਸਾ ਉਹ ਕਮਾ ਕੇ ਲੈ ਜਾਂਦੇ ਆ, ਉਹਦਾ ਰਸਤਾ ਤੇ ਬੰਦ ਹੋ ਜਾਣਾ ਸੀ।
ਉਹ ਕਿੱਦਾਂ ਸਿਸਟਮ ਬਣਦਾ? ਇਹ ਅਕਾਲੀਆਂ ਦੇ ਟਾਈਮ ਤੇ ਵੀ ਚੱਲਦਾ ਰਿਹਾ, ਇਹ ਕਾਂਗਰਸ ਦੇ ਟਾਈਮ ਤੇ ਵੀ ਚੱਲਦਾ ਹੈ। ਇਹ ਅੱਗੇ ਤੋਂ ਵੀ ਕੋਈ ਇਹ ਰਵਾਇਤੀ ਪਾਰਟੀਆਂ ਇਹੀ ਕਰਨਗੀਆਂ, ਇਸ ਚੀਜ਼ ਤੋਂ ਦੂਰ ਨਹੀਂ ਜਾ ਸਕਦੀਆਂ। ਜੇ ਅੱਛਾ ਹੁਣ ਤੁਸੀਂ ਦੇਖੋ ਦੂਜੇ ਪਾਸੇ ਤੁਸੀਂ ਸਵਾਲ ਬਹੁਤ ਸੋਹਣਾ ਕੀਤਾ ਸੀ ਕਿ ਉਸੇ ਟਾਈਮ ਦੇ ਉੱਪਰ ਉਹ ਕੁਮਰ ਵਿਜੇ ਨੇ ਜਿਹੜੀ ਗੱਲ ਕਹੀ, ਉਹਦੀ ਵਜ੍ਹਾ ਕੀ ਹੈ? ਦਿੱਲੀ ਦੇ ਵਿੱਚ ਇਹ ਸਾਰਾ ਪ੍ਰਯੋਗ ਹੋਇਆ ਵਾ ਔਰ ਅੱਜ ਦਿੱਲੀ ਇੱਕ ਐਸੀ ਇੱਕਮਾਤਰ ਸਟੇਟ ਹੈ ਹਿੰਦੁਸਤਾਨ ਦੀ ਜਿਹੜੀ ਪ੍ਰੋਫਿਟ 'ਚ ਹੈ। ਨਹੀਂ ਤਾਂ ਹਰ ਸਟੇਟ ਦਾ ਕੋਈ ਨਾ ਕੋਈ ਲਾਸ, ਕੋਈ ਨਾ ਕੋਈ ਡੈਫਿਸਿਟ ਹੈਗਾ, ਕੋਈ ਨਾ ਕੋਈ ਕਰਜ਼ਾ ਦੂਜਾ ਤੀਜਾ ਹੈਗਾ। ਲੇਕਿਨ ਦਿੱਲੀ ਸਰਕਾਰ ਜਿਹੜੀ ਹੈ ਉਹ ਪ੍ਰੋਫਿਟ 'ਚ ਇਸ ਕਰਕੇ ਜਾ ਰਹੀ ਹੈ ਕਿ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਸੀ, ਜਿਹੜੀਆਂ ਚੀਜ਼ਾਂ ਨੂੰ ਪੋਲੀਟੀਸ਼ੀਅਨ ਜਿਹਨਾਂ ਦਾ ਲਾਭ ਲੈਂਦੇ ਸੀ, ਉਹ ਚੀਜ਼ਾਂ ਉਹਨਾਂ ਨੇ ਬੰਦ ਕਰ ਦਿੱਤੀਆਂ, ਪਬਲਿਕ ਦੀਆਂ ਕਰ ਦਿੱਤੀਆਂ, ਤੇ ਉਹ ਆਪਣੇ ਆਪ ਹੀ ਠੀਕ ਹੋ ਗਏ। ਹੁਣ ਥੋੜ੍ਹਾ ਜਿਹਾ ਕੇਜਰੀਵਾਲ ਜੀ ਦੇ ਬਿਆਨ ਤੇ ਆ ਜਾਈਏ ਜੀ। ਹਾਂਜੀ। ਕੇਜਰੀਵਾਲ ਜੀ ਨੇ ਜਿਹੜਾ ਇੱਕ ਵੱਡਾ ਜਿਹੜਾ ਡਿਸਕਲੋਜ਼ ਕਰਤਾ, ਜਿਹੜਾ ਸਿੱਧਾ ਕਰਤਾ ਕਿ ਪੰਜਾਬ ਦੇ ਵਿੱਚ ਸਾਡਾ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਆ ਉਹ ਸਿੱਖ ਹੀ ਹੋਵੇਗਾ। ਇਹਨੂੰ ਕਿਵੇਂ ਦੇਖਦੇ? ਆਪਸ ਬਹੁਤ ਸਾਰਾ ਕੁਝ ਸੰਕੇਤਿਕ ਤੌਰ ਤੇ ਦੇਖੀਏ ਤਾਂ ਕਾਫੀ ਕੁਝ ਚੀਜ਼ਾਂ ਸਪਸ਼ਟ ਹੋ ਜਾਂਦੀਆਂ। ਅਸਲ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਆਪਾਂ ਦੋਨੋਂ ਪਠਾਨਕੋਟ ਗਏ ਸੀ ਮਾਸਟਰ ਮੋਹਨ ਲਾਲ ਜੀ ਦਾ ਇੰਟਰਵਿਊ। ਜੀ। ਉਹਨਾਂ ਨੇ ਇੱਕ ਗੱਲ ਕਹੀ ਸੀ, ਬੜੇ ਠੋਕ ਕੇ ਗਈ ਸੀ ਕਿ ਕੁਝ ਵੀ ਹੋਵੇ ਸਿੱਧੂ ਜਿਹੜਾ ਹੈ ਉਹ ਕਾਂਗਰਸ ਕਲਚਰ ਦਾ ਆਦਮੀ ਨਹੀਂ ਹੈ। ਉਸ ਕਲਚਰ 'ਚ ਉਹਦਾ ਗਲਾ ਦੱਬਿਆ ਹੈ, ਉਹਨੂੰ ਘੁੱਟਣ ਹੁੰਦੀ ਹੈ, ਉਹ ਨਹੀਂ ਜੀ ਸਕਦਾ। ਔਰ ਉਹ ਗੱਲ ਸੱਚ ਸਾਬਤ ਹੋਈ ਹੈ। ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਗੱਲ ਸਿੱਧੂ ਨੇ ਕੱਲ੍ਹ ਕਹੀ ਔਰ ਜਿਹੜੀ ਉੱਧਰ ਅੰਮ੍ਰਿਤਸਰ 'ਚ ਸੱਚੀ ਹੈ, ਉਹਨਾਂ ਦੋਨਾਂ ਦਾ ਆਪਸੀ ਤਾਲਮੇਲ ਦਾ ਇੱਕ ਜਿਹੜਾ ਸੂਤਰ ਕੰਮ ਕਰਦਾ ਜਾਂ ਮਿਲਦਾ ਨਜ਼ਰ ਆ ਰਿਹਾ, ਉਹ ਕੇਜਰੀਵਾਲ ਦਾ ਸਟੇਜ ਤੋਂ ਕਹਿਣਾ ਹੈ, ਪ੍ਰੈਸ ਕਾਨਫਰੰਸ 'ਚ ਕਹਿਣਾ, ਜਦੋਂ ਸਿੱਧੂ ਦਾ ਜ਼ਿਕਰ ਆਇਆ ਕਿ ਕੀ ਉਹ ਸਿੱਖ ਚਿਹਰਾ ਸਿੱਧੂ ਹੋ ਸਕਦਾ ਹੈ, ਤੇ ਕੇਜਰੀਵਾਲ ਨੇ ਬਹੁਤ ਹੀ ਸਦੇ ਹੋਏ ਸਿਆਸਤਦਾਨਾਂ ਨੂੰ ਕਿਹਾ ਸੀ ਕਿ ਸਿੱਧੂ ਸਾਹਿਬ ਤਾਂ ਕਾਂਗਰਸ ਪਾਰਟੀ ਦਾ ਲੀਡਰ ਹੈ ਔਰ ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ ਔਰ ਮੈਂ ਉਹਨਾਂ ਬਾਰੇ ਕੋਈ ਐਸੀ ਇਹੋ ਜਿਹੇ ਇਸ ਸੰਬੰਧ ਦੇ ਵਿੱਚ ਉਹਨਾਂ ਬਾਰੇ ਕੋਈ ਆਪਾਂ ਗੱਲ ਨਾ ਕਰਕੇ ਇਸ ਵਿਸ਼ੇ ਦੇ ਉੱਪਰ ਆਪਾਂ ਬਚ ਕੇ ਚੱਲਣਾ ਚਾਹੀਦਾ ਸਾਨੂੰ। ਤਾਂ ਸਾਫ਼ ਜ਼ਾਹਿਰ ਹੈ ਕਿ ਅਗਰ ਉਹਨੇ ਸਿੱਖ ਫੇਸ ਦੀ ਵੀ ਗੱਲ ਕਹਿਤੀ, ਇਹ ਵੀ ਕਹਿਤਾ ਕਿ ਤੁਹਾਨੂੰ ਸਭ ਨੂੰ ਪੰਜਾਬੀਆਂ ਨੂੰ ਮਾਣ ਹੋਏਗਾ ਉੱਤੇ, ਔਰ ਨਾਲ ਹੀ ਸਿੱਧੂ ਦਾ ਜ਼ਿਕਰ ਆਉਣ 'ਤੇ ਇਹ ਵੀ ਕਹਿਤਾ ਕਿ ਉਹ ਬਹੁਤ ਅੱਛੇ ਵਿਅਕਤੀ ਹੈ, ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ। ਅਤੇ ਮੇਰੇ ਖਿਆਲ ਨਾਲ ਹੁਣ ਤਾਂ ਇਹੀ ਬਾਕੀ ਰਹਿੰਦਾ ਲੱਗਦਾ, ਬੂਹਾ ਖੁੱਲ੍ਹਾ ਛੱਡ ਦਿੱਤਾ ਗਿਆ ਸਿੱਧੂ ਸਾਹਿਬ ਨੇ। ਹਾਂਜੀ। ਅਤੇ ਸਿੱਧੂ ਸਾਹਿਬ ਦੇ ਨਾਲ ਚਰਚਾ ਹੁਣ ਇਹ ਵੀ ਹੈ, ਕਿਸਾਨ ਅੰਦੋਲਨ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਦਾ ਚਿਹਰਾ ਸਿੱਖ ਫੇਸ ਵਜੋਂ ਸਾਹਮਣੇ ਆਇਆ ਔਰ ਮਾਰਕਸਵਾਦੀ ਸੋਚ ਹੋਣ ਕਰਕੇ ਉਹ ਕੇਜਰੀਵਾਲ ਐਂਡ ਕੰਪਨੀ ਦੇ ਨਾਲ ਥੋੜ੍ਹੀ ਰਲਦੀ ਵੀ ਹੈ ਕੁਝ ਕਾਫੀ ਚੀਜ਼ਾਂ ਦੇ ਉੱਤੇ। ਔਰ ਇਸ ਤੋਂ ਇਲਾਵਾ ਕੁਝ ਹੋਰ ਵੀ ਨੇ ਸੰਤ ਨੇ, ਉਹਨਾਂ ਦਾ ਵੀ ਜਿਹੜਾ ਉਹ ਹੁਣ ਤੱਕ ਚੱਲਦੀ ਹੈ ਚਰਚਾ, ਕਈ ਤਰ੍ਹਾਂ ਦੀ ਚੱਲਦੀ ਹੈ, ਇਕੱਲੇ ਸਿੱਧੂ ਸਾਹਿਬ ਨਹੀਂ ਚੱਲਦੀ। ਕਿਸ ਤਰ੍ਹਾਂ ਦੇਖਦੇ ਹੋ ਕਿ ਦੇਖੋ ਜੀ, ਠੀਕ ਹੈ, ਤੁਸੀਂ ਇਹ ਸਾਰੇ ਤਾਂ ਨਹੀਂ ਹੋ ਸਕਦੇ ਵਿੱਚ ਪਾਰਟੀ ਦੇ? ਸਾਰੇ ਤਾਂ ਨਹੀਂ ਹੋ ਸਕਦੇ। ਹਾਂ, ਅਗਰ ਤੁਸੀਂ ਇਹ ਵੀ ਇੱਕ ਰੈਲੇਵੈਂਟ ਗੱਲ ਹੈ, ਸਾਰੇ ਵੀ ਹੋ ਸਕਦੇ ਆ। ਸਵਾਲ ਤਾਂ ਇਹ ਹੈ ਕਿ ਮੁੱਖ ਮੰਤਰੀ ਤਾਂ ਇੱਕ ਹੀ ਹੁੰਦਾ, ਹੋਰ ਵੀ ਤਾਂ ਮੰਤਰੀ ਹੋ ਸਕਦੇ ਆ। ਔਰ ਚਿਹਰਿਆਂ ਦੀ ਜਿੱਥੋਂ ਤੱਕ ਗੱਲ ਹੈ ਤੇ ਕੇਜਰੀਵਾਲ ਤਾਂ ਇਸ ਵੇਲੇ ਇਹ ਚਾਹਣਗੇ ਕਿ ਕਾਫੀ ਅੱਛੇ ਚਿਹਰੇ ਆਉਣ। ਮੈਂ ਸਮਝਦਾ ਅਗਰ ਇਹ ਰਾਜੇਵਾਲ ਜੀ ਦੀ ਔਰ ਸਿੱਧੂ ਦੀ ਤੁਲਨਾ ਕੀਤੀ ਜਾਏ ਤਾਂ ਸਿੱਧੂ ਜ਼ਿਆਦਾ ਸਥਾਪਿਤ ਚਿਹਰਾ ਹੈ ਔਰ ਸਾਫ਼ ਗੱਲ ਕਰਨ ਕਰਕੇ ਪੰਜਾਬੀਆਂ 'ਚ ਮਨ ਭਾਉਂਦਾ ਵੀ ਹੈ। ਔਰ ਸਿੱਧੂ ਨੇ ਜਿਹੜਾ ਵੱਡਾ ਸੱਚ ਬੋਲ ਦਿੱਤਾ ਹੈ ਔਰ ਇਸ ਪੋਲੀਟੀਕਲ ਸਿਸਟਮ ਨੂੰ ਤਾਰ ਕਰਤਾ ਹੈ, ਮੈਨੂੰ ਲੱਗਦਾ ਹੈ ਕਿ ਉਹ ਖੁਦ ਇਮਾਨਦਾਰ ਹੈ, ਇਸੇ ਕਰਕੇ ਇੰਨਾ ਕਹਿਣ ਦੀ ਹਿੰਮਤ ਕਰ ਸਕਿਆ। ਔਰ ਅਗਰ ਉਧਰਲੇ ਪਾਸੇ ਜਿਹੜੀ ਸਰਕਾਰ ਹੈ ਉਹ ਇਮਾਨਦਾਰ ਬਣਨ ਦੀ ਕੋਸ਼ਿਸ਼ ਕਰਦੀ ਹੈ ਜਾਂ ਉਹਨਾਂ ਦਾ ਇਹ ਹੈ ਕਿ ਅਸੀਂ ਸਿਆਸਤ ਨੂੰ ਬਦਲਣਾ ਹੈ, ਫਿਰ ਤਾਂ ਸ਼ਾਇਦ ਇਹ ਮੈਚ ਫਿਕਸਿੰਗ ਕਾਮਯਾਬ ਹੋ ਸਕੇ। ਇਹ ਜੋੜੀ ਜ਼ਿਆਦਾ ਰੈਲੇਵੈਂਟ ਲੱਗਦੀ ਹੈ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ। ਔਰ ਉਮੀਦ ਹੈ ਸਾਡੀ ਇਸ ਡਿਸਕਸ਼ਨ ਤੋਂ ਬਾਅਦ ਕਈ ਗੱਲਾਂ ਜਿਹੜੀਆਂ ਸਪਸ਼ਟ ਹੁੰਦੀਆਂ ਨਜ਼ਰ ਆ ਰਹੀਆਂ ਨੇ ਔਰ ਉਸ ਤੋਂ ਬਾਅਦ ਸਾਨੂੰ ਹਾਲਾਤਾਂ ਨੂੰ ਸਮਝਣ ਵਿੱਚ ਵੀ ਜ਼ਰੂਰ ਮਦਦ ਮਿਲੇਗੀ। ਇੱਥੇ ਆਪਾਂ ਗੱਲਬਾਤ ਖਤਮ ਕਰਦੇ ਹਾਂ। ਵੈਸੇ ਇੱਕ ਸਵਾਲ ਸਿੱਧੂ ਸਾਹਿਬ ਮੈਂ ਤੁਹਾਨੂੰ ਜਾਂਦੇ ਕਰਨਾ ਜੀ ਤੁਸੀਂ ਪੁਰਾਣੇ ਪਾਪੀ ਹੋ, ਪੱਤਰਕਾਰੀ ਦੇ ਬੜੇ ਪੁਰਾਣੇ ਚੌਲ ਹੋ, ਇਹ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਨਵਜੋਤ ਸਿੱਧੂ ਦੀ ਜੋ ਸਟੇਟਮੈਂਟ ਹੈ ਕੱਲ੍ਹ ਦੀ, ਉਸ ਤੋਂ ਬਾਅਦ ਕਾਂਗਰਸ ਜਾਂ ਕਿਸੇ ਰਵਾਇਤੀ ਪਾਰਟੀ ਦੇ ਵਿੱਚ ਸਿੱਧੂ ਦਾ ਕੋਈ ਚਾਂਸ ਬਣ ਸਕਦਾ ਜਾਂ ਕਿਤੇ ਰਹਿ ਸਕਦਾ? ਤੁਸੀਂ ਹੀ ਆਪਣੇ ਵਿਚਾਰਾਂ 'ਚ ਦੱਸ ਚੁੱਕੇ ਹੋ ਕਿ ਪਠਾਨਕੋਟ ਬੀਜੇਪੀ ਦੇ ਲੀਡਰ ਕੋਲ ਗਏ ਸੀ, ਉਹਨਾਂ ਨੇ ਇਹ ਗੱਲ ਦੱਸੀ ਸੀ ਸਿੱਧੂ ਸਾਹਿਬ ਬੀਜੇਪੀ ਵਿੱਚ ਰਹਿ ਚੁੱਕੇ ਨੇ। ਔਰ ਮੈਨੂੰ ਇਹ ਲੱਗਦਾ ਕਿ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਬੀਜੇਪੀ ਦੀ ਗੱਲ ਕਰੀਏ, ਦੂਜੇ ਪਾਸੇ ਅਕਾਲੀ ਕਾਂਗਰਸ ਦੀ ਸਥਾਪਿਤ ਪਾਰਟੀਆਂ ਦੀ ਗੱਲ ਕਰੀਏ, ਜਿਹੜੀਆਂ ਵਿਵਸਥਾ ਪਰਿਵਰਤਨ ਦੀਆਂ ਆਪਾਂ ਗੱਲਾਂ ਕਰਦੇ ਹਾਂ, ਸਿਸਟਮ ਨੂੰ ਥੋੜ੍ਹਾ ਦਰੁਸਤ ਕਰਨ ਦੀਆਂ ਗੱਲਾਂ ਕਰਦੇ ਨੇ, ਉਹਦੇ 'ਚ ਇਹ ਦੋਨੇ ਪਾਰਟੀਆਂ
ਬੀਜੇਪੀ ਔਰ ਆਮ ਆਦਮੀ ਪਾਰਟੀ, ਇਹ ਦੋਨੇ ਇਸ ਪੈਟਰਨ ਦੇ ਉੱਤੇ ਹੀ ਚੱਲ ਰਹੀਆਂ ਨੇ। ਉਹ ਅਲੱਗ ਵੱਖਰੀ ਗੱਲ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਕਿਹੜੀ ਪਾਰਟੀ ਦਾ ਹੱਥ ਪੰਜਾਬ ਦੇ ਵਿੱਚ ਜਿਹੜੀ ਲੋਕ ਮਨਾਂ ਦੇ ਵਿੱਚ ਜਚਾਉਣ 'ਚ ਕਿਹੜੀ ਚੀਜ਼ ਕਾਮਯਾਬ ਹੋ ਰਹੀ ਹੈ, ਕਿਹੜੀ ਤੇਜ਼ੀ ਨਾਲ ਐਕਸ਼ਨ ਲੈ ਰਹੀ ਹੈ, ਲੈ ਪਾ ਰਹੀ ਆ, ਔਰ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਘੁਸਪੈਠ ਕਰ ਰਹੀ ਹੈ, ਉਹ ਇੱਕ ਵੱਖਰਾ ਮਾਮਲਾ ਆ। ਔਰ ਇਹਦੇ 'ਚ ਇਹੀ ਮੁਕਾਬਲਾ ਹੁਣ ਦੇਖਿਆ ਜਾਣਾ ਕਿ ਆਉਣ ਵਾਲੇ ਸਮੇਂ 'ਚ ਬੀਜੇਪੀ ਦੀ ਕੀ ਰਣਨੀਤੀ ਹੈ। ਬੀਜੇਪੀ ਇਸ ਵੇਲੇ ਇੱਕ ਦਰਸ਼ਕ ਵਜੋਂ ਬੈਠੀ ਹੈ, ਬਿਲਕੁਲ, ਔਰ ਉਹਦਾ ਕੀ ਮੀਨਿੰਗ ਆ, ਔਰ ਉਹ ਕਿਹੜੀ ਰਣਨੀਤੀ 'ਤੇ ਚੱਲ ਰਹੀ ਹੈ, ਔਰ ਕੀ ਕਿਤੇ ਨਾ ਕਿਤੇ ਉਹਨੂੰ ਐਂ ਤਾਂ ਨਹੀਂ ਲੱਗਦਾ ਕਿ ਜਿਹੜਾ ਉਹ ਕੰਮ ਕਰਨਾ ਚਾਹੁੰਦੀ ਹੈ ਉਹ ਆਮ ਆਦਮੀ ਪਾਰਟੀ ਹੀ ਕਰੀ ਜਾ ਰਹੀ ਹੈ, ਔਰ ਜਿਹੜਾ ਉਹ ਚੀਜ਼ਾਂ ਉਘਾੜ ਕੇ ਲਿਆਉਣਾ ਚਾਹੁੰਦੀ ਹੈ, ਸਿਸਟਮ ਦੀ ਖਰਾਬੀ ਲੈ ਕੇ ਆਉਣਾ ਚਾਹੁੰਦੀ ਹੈ, ਉਹ ਕੈਪਟਨ ਸਾਹਿਬ ਤੇ ਬਾਦਲ ਸਾਹਿਬ ਮਿਲ ਕੇ ਰਲ ਮਿਲ ਕੇ ਆਪ ਹੀ ਸਾਹਮਣੇ ਲਿਆਇਆ ਆ ਰਹੇ ਜਨਤਾ ਦੇ ਕਿ ਹੁਣ ਤੱਕ ਕੀ ਹੁੰਦਾ ਰਿਹਾ ਤੇ ਕੀ ਕੀਤਾ ਜਾ ਰਿਹਾ। ਸੋ ਲੱਗਦਾ ਕਿ ਇਹ ਕੁਝ ਵੀ ਹੋ ਸਕਦਾ, ਕੁਝ ਵੀ ਸਮੀਕਰਨ ਬਣ ਸਕਦੇ ਆ। ਆਉਣ ਵਾਲਾ ਸਮਾਂ ਦੱਸੇਗਾ ਕਿ ਅਸਲ ਦੇ ਵਿੱਚ ਜਿਹੜੀ ਆ ਉਹ ਬੀਜੇਪੀ ਦੀ ਕੀ ਰਣਨੀਤੀ ਸੀ, ਆਮ ਆਦਮੀ ਪਾਰਟੀ ਕੀ ਖੇਡ ਖੇਡ ਰਹੀ ਸੀ, ਔਰ ਕੌਣ ਕਿਹਦੇ ਨਾਲ ਥੋੜ੍ਹੀ ਬਹੁਤੀ ਪਿੱਛੋਂ ਸਪੋਰਟ ਕਰ ਰਿਹਾ ਸੀ ਤੇ ਕੌਣ ਕਿਹਦਾ ਮੁਖਾਲਫਤ ਕਰ ਰਿਹਾ ਸੀ। ਮੈਂ ਸਮਝਦਾ ਕਿ ਵਿਅਕਤੀ ਦੇ ਬਜਾਏ ਵਿਵਸਥਾ ਬਦਲਣ ਦੀ ਜਿਹੜੀ ਗੱਲ ਹੈ ਜੀ, ਉਹਦਾ ਕੋਈ ਨਾ ਕੋਈ ਚੈਪਟਰ, ਨਵਾਂ ਚੈਪਟਰ 2022 ਦੇ ਇਲੈਕਸ਼ਨ ਦੇ ਵਿੱਚ ਪੰਜਾਬ 'ਚ ਕੁਛ ਨਾ ਕੁਛ ਤਾਂ ਖੁੱਲ੍ਹੇਗਾ ਜ਼ਰੂਰ। ਲੋਕੀ ਅਵੇਅਰਨੈਸ ਹੋਣ, ਅਵੇਅਰ ਹੋਣ, ਲੋਕ ਜਾਗਰੂਕ ਹੋਣ, ਇਹਨਾਂ ਚੀਜ਼ਾਂ ਦਾ ਲੋਕੀ ਚਰਚਾ ਕਰਨ, ਲੋਕੀ ਇਹਨਾਂ ਦੀ ਮਤਲਬ ਕੱਢਣ ਦੀ ਕੋਸ਼ਿਸ਼ ਕਰਨ ਕਿ ਸਰਕਾਰਾਂ ਜੇ ਲੋਕਾਂ ਦੀ ਸੇਵਾ ਕਰਨ ਵਾਲੀਆਂ ਹੋਣ ਤੇ ਉਹਨਾਂ ਨੂੰ ਕੀ ਕੀ ਕਰਨਾ ਚਾਹੀਦਾ ਹੈ ਤੇ ਕੀ ਕੀ ਨਹੀਂ ਕਰਨਾ ਚਾਹੀਦਾ ਹੈ। ਕੀ ਸਰਕਾਰਾਂ ਨੂੰ ਆਪਣੀਆਂ ਵਪਾਰਿਕ ਕੰਪਨੀਆਂ ਚਲਾਉਣੀਆਂ ਚਾਹੀਦੀਆਂ, ਕੀ ਟਰਾਂਸਪੋਰਟਾਂ ਚਲਾਉਣੀਆਂ ਚਾਹੀਦੀਆਂ, ਕੀ ਰੇਤ ਬਜਰੀ ਵਰਗੇ ਮਸਲੇ ਦੇ ਵਿੱਚ ਹਰ ਵਿਧਾਇਕ ਨੂੰ ਆਪਣਾ ਹਿੱਸਾ ਚਾਹੀਦਾ, ਕਿ ਸ਼ਰਾਬ ਦੇ ਠੇਕਿਆਂ ਤੋਂ ਹਰ ਇੱਕ ਨੂੰ ਹਿੱਸੇਦਾਰੀ ਚਾਹੀਦੀ ਹੈ। ਜੇ ਸਭ ਕੁਝ ਹੀ ਚਾਹੀਦਾ ਹੈ ਫਿਰ ਜਿੱਦਾਂ ਚੱਲਦਾ ਹੈ ਉੱਦਾਂ ਹੀ ਚੱਲੀ ਜਾਏਗਾ, ਔਰ ਜਨਤਾ ਉੱਦਾਂ ਹੀ ਜੁੱਤੀਆਂ ਖਾਂਦੀ ਰਹੇਗੀ, ਉੱਦਾਂ ਹੀ ਪਰੇਸ਼ਾਨ ਹੁੰਦੀ ਰਹੇਗੀ। ਔਰ ਜੇ ਇਹ ਵਿਵਸਥਾ ਪਰਿਵਰਤਨ ਹੁੰਦੇ ਹੈ ਤੇ ਉਹ ਸਾਰਾ ਸਿਲਸਿਲਾ ਜਿਹੜਾ ਹੈ ਉਹ ਜਨਤਾ ਦੇ ਪਕਸ਼ ਦੇ ਵਿੱਚ ਜਾਏਗਾ, ਜਨਤਾ ਨੂੰ ਉਹਦਾ ਲਾਭ ਮਿਲੇਗਾ। ਔਰ ਸਹੀ ਅਰਥਾਂ 'ਚ ਇਹਨੂੰ ਆਪਾਂ ਲੋਕ ਰਾਜ ਕਹਿ ਸਕਾਂਗੇ, ਜਿਸ ਵੇਲੇ ਲੋਕ ਜਿਹੜੇ ਆ ਉਹ ਇੰਨੇ ਸਿਆਣੇ ਸਮਝਦਾਰ ਹੋ ਜਾਣਗੇ ਕਿ ਉਹਨਾਂ ਨੂੰ ਪਤਾ ਹੋਵੇਗਾ ਕਿ ਹਾਂ ਵਿਵਸਥਾ ਜਿਹੜਾ ਸੁਧਾਰ ਕਰ ਰਿਹਾ, ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਆ, ਔਰ ਜਿਹੜੇ ਨਿੱਜੀ ਹਿੱਤਾਂ ਲਈ ਪਰਿਵਾਰਵਾਦ ਦੀ ਜਿਹੜੀ ਰਾਜਨੀਤੀ ਖੇਡ ਰਹੇ ਆ, ਕਿਤੇ ਨਾ ਕਿਤੇ ਉਹਨਾਂ ਨੂੰ ਪਛਾਣਨਾ ਉਹਨਾਂ ਤਾਕਤਾਂ ਨੂੰ। ਔਰ ਇਸੇ ਉਮੀਦ ਦੇ ਨਾਲ ਅਸੀਂ ਇੱਥੇ ਗੱਲਬਾਤ ਖਤਮ ਕਰਦੇ ਹਾਂ। ਥੈਂਕ ਯੂ। ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।